साहब अंडर कंट्रोल है कानून व्यवस्था, ਤੁਹਾਨੂੰ ਇਸ ਦੇ ਵਿੱਚ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਬਿਆਨ 'ਚ? गौरव जी, सब तो पहला तो मैं मुख मंत्री भगवंत मान साहब ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਕੀ ਅੱਜ ਪੰਜਾਬ ਦੀ ਲਾਅ ਐਂਡ ਆਰਡਰ ਜਿਹੜੀ ਸਿਚੁਏਸ਼ਨ ਨੂੰ ਅੰਡਰ ਕੰਟਰੋਲ ਕਹਿੰਦੇ ਨੇ, ਮੈਨੂੰ ਤਾਂ ਲੱਗਦਾ ਵੀ ਇਹ ਕ੍ਰਾਈਮ ਉਰੇ ਬੇਲਗਾਮ ਹੋ ਚੁੱਕਿਆ। ਤੁਸੀਂ ਪਿਛਲੇ 8 ਮਹੀਨਿਆਂ ਦੀ ਇਹਨਾਂ ਦੀ ਕਾਰਗੁਜ਼ਾਰੀ ਦੇਖੋ, ਕਿਸੇ ਕੰਪੈਰੀਜ਼ਨ ਦੀ ਕੋਈ ਲੋੜ ਨਹੀਂ। ਜੋ ਸਟੇਟ ਦੇ ਵਿੱਚ ਲਗਾਤਾਰ ਵਾਪਰ ਰਿਹਾ ਹੈ ਉਹਦੇ ਬਾਰੇ ਜਵਾਬਦੇਹੀ ਕਿਹਦੀ ਹੈ? ਭਗਵੰਤ ਮਾਨ ਸਾਹਿਬ ਦੀ ਹੈ। ਅਗਰ ਛਡਿਅੰਤਰ ਸਰਕਾਰ ਰਚ ਰਹੀ ਹੈ, मैं ਛਡਿਅੰਤਰ ਕਿਉਂ ਕਹਿਣਾ ਪੈਂਦਾ? ਕਦੇ ਸਰਕਾਰਾਂ ਨੇ ਉਰੇ ਛਡਿਅੰਤਰ ਨਹੀਂ ਕੀਤੇ ਸੀ, ਇਹਨਾਂ ਨੇ ਤਾਂ ਛਡਿਅੰਤਰ ਕੀਤੇ, ਸਿਕਿਉਰਿਟੀਆਂ ਵਿਡਰਾਅ ਕੀਤੀਆਂ। ਛਡਿਅੰਤਰ ਜਾਂ ਬਿਲਕੁਲ ਸਟੇਟ ਗਵਰਨਮੈਂਟ ਸਿਕਿਉਰਿਟੀਆਂ ਵਿਡਰਾਅ ਕੀਤੀਆਂ, ਉਹ ਸਿਕਿਉਰਿਟੀਆਂ ਨੂੰ ਆਪਣੇ ਵੋਟਾਂ ਦੀ ਰਾਜਨੀਤੀ ਲਈ ਛਾਪਿਆ ਤੇ ਜਿਹੜੇ ਬੰਦਿਆਂ ਨੇ ਉਹ ਲੀਕ ਕੀਤੀਆਂ ਅਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ, ਬਲਕਿ ਉੱਚੋਂ ਬਖਸ਼ੇ ਗਏ। ਇਹਦੇ ਬਾਰੇ ਇਹਨਾਂ ਨੇ ਕੀ ਕਹਿਣਾ? ਔਰ ਕੀ ਪੰਜਾਬ ਦਾ ਕੰਪੈਰੀਜ਼ਨ ਦੂਜੇ ਸੂਬਿਆਂ ਦੇ ਨਾਲ ਹੋ ਸਕਦਾ? ਪੰਜਾਬ ਇੱਕ ਬਾਰਡਰ ਸਟੇਟ ਹੈ, ਸਾਡੇ ਕੀ ਹਾਲਾਤ ਨੇ, ਅਸੀਂ ਆਪਣੇ ਪਿੰਡੇ ਤੇ ਕੀ ਹੰਡਾਇਆ? ਪਹਿਲਾਂ ਇਹਦੀ ਇਵੈਲੂਏਸ਼ਨ ਕਰੋ, ਫਿਰ ਦੂਜੇ ਸੂਬਿਆਂ ਨਾਲ ਸੋਚੋ ਕਿ ਸਾਡਾ ਅੰਕੜਿਆਂ ਨੂੰ ਕੁਝ ਨਹੀਂ ਮੰਨਦੇ ਕਲੇਰ ਸਾਹਿਬ? ਅੰਕੜਿਆਂ ਨੂੰ ਕੁਝ ਨਹੀਂ ਮੰਨਦੇ? ਦੇਖੋ ਪਿਛਲੇ 5 ਸਾਲ ਚੁੱਕ ਲਓ, 10 ਸਾਲ ਚੁੱਕ ਲਓ, ਜਦੋਂ ਤੁਹਾਡੀ ਵੀ ਸਰਕਾਰ ਸੀ, ਸੇਮ ਵਿਰੋਧੀ ਇਲਜ਼ਾਮ ਲਗਾਉਂਦੇ ਸੀ। ਗੱਲ ਇਹ ਹੈ ਕਿ ਅੰਕੜਿਆਂ ਦੇ ਉੱਤੇ ਆਪਾਂ ਜਾਈਏ ਕਿ ਨਾ ਜਾਈਏ। ਗੌਰਵ ਜੀ, 10 ਸਾਲ ਦੇ ਵਿੱਚ ਕਦੇ ਉਰੇ ਇਹ ਹਾਲਾਤ ਨਹੀਂ ਆਏ ਜੋ ਅੱਜ ਬਣੇ ਨੇ, ਕਿਉਂਕਿ ਜਿਹੜੇ ਗੈਂਗਸਟਰਸ ਨੇ, ਤੁਸੀਂ ਦੇਖੋ ਮੋਡਸ ਪ੍ਰੈਂਡਾ ਹੀ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ। ਜਿਹੜੀ ਉਰੇ ਫਰੌਤੀਆਂ ਦੀ ਨਵੀਂ ਇੱਕ ਦੌਰ ਸ਼ੁਰੂ ਹੋਇਆ ਹੈ, ਜਿਹੜਾ ਉਰੇ ਨਾਮਵਰ ਲੋਕਾਂ ਦੀ ਕਿਲਿੰਗ ਦਾ ਇੱਕ ਦੌਰ ਸ਼ੁਰੂ ਹੋਇਆ ਹੈ, ਔਰ ਜਿਹੜੀ ਭਗਵੰਤ ਮਾਨ ਸਾਹਿਬ ਦੀ ਆਪਣੀ ਐਡਮਿਨਿਸਟ੍ਰੇਸ਼ਨ ਤੇ ਪਕੜ ਕਮਜ਼ੋਰ ਹੈ, ਅੱਜ ਸਵਾਲੀਆ ਨਿਸ਼ਾਨ ਉਹਦੇ ਤੇ ਹੈ। ਅਗਰ ਮੈਂ ਫਿਰ ਦੁਬਾਰਾ ਉੱਥੇ ਆ ਜਾਣਾ ਕਿ ਮਾਨ ਸਾਹਿਬ ਇਹ ਦੱਸਣ ਕਿ ਜਿਹੜੇ ਬੰਦੇ ਪੁਲਿਸ ਪ੍ਰੋਟੈਕਟੀ ਨੇ, ਗ੍ਰਹਿ ਵਿਭਾਗ ਉਹਨਾਂ ਕੋਲੇ ਹੈ, ਅਗਰ ਉਹਨਾਂ ਦੀ ਖੁਫੀਆ ਰਿਪੋਰਟ ਤੁਹਾਡੇ ਕੋਲ ਨਹੀਂ ਹੈਗੀ ਕਿ ਉਹਨਾਂ ਦੇ ਖਿਲਾਫ ਕੋਈ ਸਾਜ਼ਿਸ਼ ਹੋ ਰਹੀ ਹੈ, ਤਾਂ ਇਹ ਸੂਬਾ ਕਿੱਥੇ ਖੜਾ? ਦੇਖੋ ਬਹੁਤ ਲੰਬਾ ਸਮਾਂ ਲੱਗ ਜੂ। ਅਗਰ ਮੈਂ ਫਿਰ ਪਿੱਛੋਂ ਸ਼ੁਰੂ ਹੋ ਜੂ, ਮੈਂ ਜਾਣਾ ਨਹੀਂ ਚਾਹੁੰਦਾ ਕਿ 8 ਮਹੀਨਿਆਂ 'ਚ ਉਰੇ ਕੀ ਹੋਇਆ। ਰਾਕਟ ਲਾਂਚਰ ਚੱਲ ਗਏ, ਫਿਰ ਹਿੰਸਾ ਹੋ ਗਈ, ਨਾਮਵਰ ਲੋਕਾਂ ਦੇ ਕਤਲ ਹੋ ਗਏ, ਔਰ ਪੁਲਿਸ ਪ੍ਰੋਟੈਕਟੀਆਂ ਦੇ ਕਤਲ ਹੋ ਗਏ, ਤੇ ਅੱਜ ਪੰਜਾਬ ਦੇ ਵਿੱਚ ਖੜ ਕੇ ਕਹਿੰਦੇ ਨੇ ਪੰਜਾਬ ਨੂੰ ਬਦਨਾਮ ਕਰ ਰਹੇ ਨੇ। ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਇਹ ਬਦਨਾਮੀ ਪੰਜਾਬ ਦੀ ਇਹ 2021 ਚ ਤੁਸੀਂ ਉਹ ਕਰਦੇ ਰਹੇ ਹੋ। ਇਹ ਜਿਹੜੇ ਡਾਟੇ ਨੇ, ਤੁਸੀਂ ਸਟੇਜਾਂ ਤੋਂ ਕਹਿੰਦੇ ਰਹੇ ਹੋ ਕਿ ਪੰਜਾਬ ਦੇ ਬਹੁਤ ਮਾੜੇ ਹਾਲਾਤ ਨੇ, ਅੱਜ ਤੁਸੀਂ ਕਿਸ ਮੂੰਹ ਨਾਲ ਕਹਿੰਦੇ ਹੋ ਕਿ ਪੰਜਾਬ ਦੀ ਬਦਨਾਮੀ ਹੈ? ਕਿਉਂਕਿ ਪੰਜਾਬ ਦੀ ਅਗਰ ਕਿਸੇ ਨੇ ਬਦਨਾਮੀ ਕੀਤੀ ਹੈ, ਉਹ ਆਮ ਆਦਮੀ ਪਾਰਟੀ ਹੈ, ਉਹ ਇਸ ਗੱਲ ਦਾ ਜਵਾਬ ਦੇ। ਔਰ ਜੋ ਅੱਜ ਪੰਜਾਬ ਦੇ ਵਿੱਚ ਤੁਸੀਂ ਇਹ ਕਹਿ ਰਹੇ ਹੋ ਇਹੀ ਅੰਕੜੇ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਸੀ, ਇਹੀ ਅੰਕੜਿਆਂ ਦੇ ਜ਼ਰੀਏ ਸਵਾਲ ਚੁੱਕਦੇ ਸੀ, ਅੱਜ ਉਸ ਦੇ ਜ਼ਰੀਏ ਡਿਫੈਂਡ ਕਰ ਰਹੇ। ਗੌਰਵ ਜੀ, ਮੈਂ ਤਾਂ ਇਹ ਗੱਲ ਕਹਿ ਰਿਹਾ ਕਿ 2021 ਦੇ ਅੰਕੜਿਆਂ ਦੀ ਅੱਜ ਵਾਹਵਾਹੀ ਲੁੱਟਣੀ, ਜਿੱਦਾਂ ਸਰੀਨ ਸਾਹਿਬ ਨੇ ਕਿਹਾ ਕਿ ਉਦੋਂ ਤਾਂ ਇਹ ਅੰਕੜਿਆਂ ਨੂੰ ਇਹ ਭੰਡਦੇ ਰਹੇ ਨੇ, ਅੱਜ ਇਹਦੀ ਵਾਹਵਾਹੀ ਲੁੱਟਦੇ ਨੇ। ਔਰ ਕਦੇ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਮੈਂ ਸਿਰਫ ਗਰਗ ਸਾਹਿਬ ਨੂੰ ਇਹ ਕਹਿਣਾ ਕਿ ਚੈਨਲ ਦੇ ਉੱਤੇ ਬਹਿ ਕੇ ਇੱਕ ਇੰਸਟੈਂਸ ਦੱਸ ਦਿਓ 10 ਸਾਲਾਂ ਦੇ ਵਿੱਚ, 15 ਸਾਲਾਂ ਦੇ ਵਿੱਚ, ਜਦੋਂ ਵਿਆਹ ਦੇ ਵਿੱਚ ਗੈਂਗਸਟਰ ਵੜੇ ਹੋਣ ਤੇ ਇਸ ਤਰੀਕੇ ਨਾਲ ਅੰਧਾ ਤੋਂ ਫਾਇਰਿੰਗ ਹੋਈ ਹੋਵੇ। ਦੇਖੋ, ਮੈਂ ਇੱਕੋ ਚੀਜ਼ ਕਹਿਣਾ ਚਾਹੁੰਦਾ ਦਰਸ਼ਕਾਂ ਦੀ ਜਾਣਕਾਰੀ ਹਿੱਤ, ਕਿਉਂਕਿ ਇੱਥੇ ਬੈਠ ਕੇ ਸਾਥੀ ਗੁੰਮਰਾਹ ਕਰ ਰਹੇ ਨੇ। ਜਿਹੜਾ NCRB ਦਾ ਡਾਟਾ ਆਉਂਦਾ ਹੁੰਦਾ ਹਮੇਸ਼ਾ ਸਾਲ ਪਿੱਛੋਂ ਆਉਂਦਾ ਹੈਗਾ, ਲੇਕਿਨ ਜੇ ਮੈਂ ਇਸ ਸਾਲ ਦੀ ਗੱਲ ਕਰਾਂ, ਮੈਂ ਪਹਿਲਾਂ ਹੀ ਤੁਹਾਡੇ ਨਾਲ ਕੰਪੇਅਰ ਦੱਸ ਚੁੱਕਿਆ ਵਾਂ। ਇਸ ਸਾਲ ਦੇ ਵਿੱਚ ਜਿਹੜਾ ਮੇਰੇ ਕੋਲੇ ਡਾਟਾ ਹੈਗਾ ਸਰਕਾਰੀ ਪੱਧਰ ਤੇ, ਉਹ 579 ਇਹੋ ਜਿਹੀਆਂ ਘਟਨਾਵਾਂ ਹੋਈਆਂ। ਇਹਨਾਂ ਦੀ ਸਰਕਾਰ ਵੇਲੇ 855 ਹੋਈਆਂ ਸੀ, 2020 757 ਹੋਈਆਂ, ਔਰ 700 ਅਪ੍ਰੈਲ ਔਨਵਰਡਸ ਗਿਣੋ, ਅਪ੍ਰੈਲ ਤੋਂ ਗਿਣੋ, ਹਲੇ ਤਾਂ 6-7 ਮਹੀਨੇ ਹੋਏ ਨੇ। ਜੇ 550 ਐਡਮਿਟ ਕਰਦੇ ਹੋ, ਔਰ ਇਹਦੇ ਚੱਲੇ ਬਹੁਤ ਹੀ ਜਿਹੀਆਂ ਘਟਨਾਵਾਂ ਨੇ ਜਿਹੜੀ ਪਿੰਡ ਪੱਧਰ ਤੇ ਹੋ ਰਹੀਆਂ, ਜਿਹੜੀਆਂ ਰਿਕਾਰਡ ਨਹੀਂ। ਤੁਸੀਂ ਤਾਂ ਮੈਨੂੰ ਲੱਗਦਾ 2000 ਨੂੰ ਇੱਕ ਵਾਰ ਰਿਐਕਟ ਕਰ ਲਓਗੇ। ਮੈਂ ਇਹ ਚੀਜ਼ ਨੂੰ ਆਪਾਂ ਸਹੀ ਤਰੀਕੇ ਨਾਲ ਲੋਕਾਂ ਨੂੰ ਕਲੇਰ ਸਾਹਿਬ ਵਿੱਚ ਬੋਲ ਕੇ ਤੇ ਰੌਲਾ ਪਾ ਕੇ ਝੂਠੀ ਗੱਲਾਂ ਸੱਚੀਆਂ ਨਹੀਂ ਹੋ ਜਾਂਦੀਆਂ, ਥੋੜੀਆਂ ਵੀ ਨਹੀਂ ਹੋ ਜਾਣੀਆਂ। ਗਰਗ ਸਾਹਿਬ, ਮੈਂ ਫਿਰ ਦੁਬਾਰਾ ਕਹਿ ਰਿਹਾ ਕਿ ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ? ਮੇਰੀ ਗੱਲ ਵੱਡੀ ਦੇਖੋ, ਮੇਰੀ ਗੱਲ ਜਾ ਲੈਣ ਦਿਓ। ਜੇ ਮੈਂ ਬੋਲਣ ਲੱਗ ਗਿਆ ਨਾ, ਮੇਰੀ ਗੱਲ ਗੱਲ ਜਾਣ ਲੈਣ ਦਿਓ। ਪੁੱਛਣੀ ਚਾਹੁੰਦਾ ਕੀ ਪੁਲਿਸ ਦੇ ਹੈੱਡਕੁਆਰਟਰ ਤੇ ਰਾਕਟ ਲਾਂਚਰ ਨਹੀਂ ਵੱਜਿਆ ਸੀ 10 ਸਾਲ ਦੇ ਵਿੱਚ? ਮੈਂ ਤਾਂ ਉਹੀ ਕਹਿ ਰਿਹਾ ਨਾ, ਪੰਜਾਬ ਦੇ ਵਿੱਚ ਨਾਮਵਰ ਲੋਕਾਂ ਦਾ ਕਤਲ, ਜਿਨ੍ਹਾਂ ਦੀ ਇੰਨੀ ਫੈਨ ਫੋਲੋਇੰਗ ਹੋਵੇ, ਜਿਹਨੇ ਪੰਜਾਬ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਹੋਵੇ, 10 ਸਾਲਾਂ ਚ ਹੋਇਆ। ਠੀਕ ਹੈ, ਚਲੋ ਰਿਐਕਸ਼ਨ ਲੈ ਲੈਂਦੇ। ਅੱਜ ਤੱਕ ਤੁਸੀਂ ਪੰਜਾਬ ਨੂੰ ਗੱਲ ਨਹੀਂ ਕੰਪਲੀਟ ਹੋਏਗੀ, ਸਮਾਂ ਖਰਾਬ ਹੋ ਰਿਹਾ, ਸਮਾਂ ਖਰਾਬ ਹੋਏਗਾ। ਗਰਗ ਸਾਹਿਬ, ਗੌਰਵ ਜੀ, ਤੁਸੀਂ ਇੱਕ ਜ਼ਿਕਰ ਕੀਤਾ ਸੀ ਡਿਬੇਟ ਤੋਂ ਪਹਿਲਾਂ ਵੀ, ਸੰਜੀਦਾ ਮੁੱਦਾ ਹੈਗਾ, ਸੰਜੀਦਾ ਡਿਬੇਟ ਹੋਣੀ ਚਾਹੀਦੀ ਹੈ, ਵਿੱਚ ਨਾ ਬੋਲੋ। ਕਲੀਅਰ ਸਾਹਿਬ, ਤੁਸੀਂ ਆਪਣੀ ਗੱਲ ਕਹਿ ਲੈਣਾ। ਠੀਕ ਹੈ, ਤੁਸੀਂ ਕੰਪਲੀਟ ਕਰੋ ਸਰ। ਸਮਾਂ ਮੈਂ ਇਹ ਕਹਿਣਾ ਚਾਹ ਰਿਹਾ ਵਾਂ ਵੀ ਜਿਹੜੀ ਸਾਡੀ ਸਰਕਾਰ ਹੈਗੀ ਹੈ ਬਿਹਤਰ ਢੰਗ ਨਾਲ ਕੰਮ ਕਰ ਰਹੀ ਹੈ। ਅਸੀਂ ਪਿਛਲੇ 7 ਮਹੀਨਿਆਂ ਦੇ ਵਿੱਚ ਅਸੀਂ 400 ਤੋਂ ਵੱਧ ਜਿਹੜੇ ਗੈਂਗਸਟਰ ਗ੍ਰਿਫਤਾਰ ਕੀਤੇ ਹੈਗੇ ਆ। 2 ਗੈਂਗਸਟਰ ਮਾਰੇ ਗਏ ਹੈਗੇ ਆ, ਉਹਨਾਂ ਦੇ 100 ਮੋਡਿਊਲ ਜਿਹੜੇ ਹੈਗੇ ਆ ਉਹ ਡੀਕ੍ਰੈਕ ਕੀਤੇ ਹੈਗੇ, 363 ਹਥਿਆਰ ਫੜੇ ਹੈਗੇ ਆ, 93 ਉਹ ਵਹੀਕਲ ਫੜੇ ਹੈਗੇ ਜਿਹੜੇ ਕ੍ਰਾਈਮ ਦੇ ਵਿੱਚ ਯੂਜ਼ ਹੋਏ ਸੀ। ਲੇਕਿਨ ਕਲੇਰ ਸਾਹਿਬ ਨੇ ਇੱਕ ਗੱਲ ਸਵਾਲ ਦਾ ਜਾਨੀ ਕਿ ਸਵਾਲ ਕਰਦਾ ਹੋਇਆ ਮੈਂ ਤੁਸੀਂ ਤੁਹਾਡੇ ਕੋਲ ਛੱਡ ਰਿਹਾ, ਇਹ ਕਹਿ ਰਹੇ ਨੇ ਕਿ 10 ਸਾਲਾਂ 'ਚ 15 ਸਾਲਾਂ 'ਚ ਕਲੇਰ ਸਾਹਿਬ 15 ਸਾਲਾਂ 'ਚ ਜਾਂ ਪਿਛਲੇ ਪੂਰੇ ਇਤਿਹਾਸ ਦੇ
ਵਿੱਚ ਪੰਜਾਬ ਦੇ ਇਤਿਹਾਸ 'ਚ ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਹੋਈ ਸੀ, ਉਹ ਤੁਹਾਡੇ ਰਾਜ 'ਚ ਹੀ ਹੋਈ ਸੀ। ਉਹ ਵੀ ਬਹੁਤ ਵੱਡਾ ਮੁੱਦਾ ਸੀ। ਬਹੁਤ ਵੱਡਾ ਹੈ। ਉਹਨੂੰ ਕੋਈ ਝੁਠਲਾ ਨਹੀਂ ਸਕਦਾ। ਠੀਕ ਹੈ, ਮੈਂ ਉਹੀ ਕਹਿ ਰਿਹਾ ਸੀਗਾ ਕਿ ਬੇਅਦਬੀ ਦਾ ਜ਼ਿਕਰ ਹੈ ਤੇ ਮਾਮਲਾ ਹੋਰ ਪਾਸੇ ਚਲਾ ਜਾਏ। ਪਲੀਜ਼ 24 ਘੰਟਿਆਂ ਚ ਇਨਸਾਫ ਹੋ ਜਾਏਗਾ। ਪੰਜਾਬੀਆਂ ਨੂੰ ਇਨਸਾਫ। ਠੀਕ ਹੈ, ਥੋੜੇ ਤੁਸੀਂ ਗੈਂਗਸਟਰ ਫੜਨ ਦੀ ਗੱਲ ਕਰਦੇ ਹੋ। ਠੀਕ ਹੈ, ਕਲੇਰ ਸਾਹਿਬ ਥੋੜਾ ਹੋਲਡ ਕਰਨਾ ਪਏਗਾ ਪਲੀਜ਼। ਗੌਰਵ ਜੀ ਦੱਸ ਸਕੇ ਜੀ, ਜਿੰਨੇ ਪੰਜਾਬ ਦੇ ਵਿੱਚ ਕ੍ਰਾਈਮ ਹੋਏ, ਜਿੰਨਾ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਲੈ ਕੇ ਜਿਹੜੇ ਹੁਣ ਕਤਲ ਹੋਏ, ਗੈਂਗਸਟਰ ਫੜ ਰਹੀ ਹੈ ਦਿੱਲੀ ਪੁਲਿਸ, ਪੰਜਾਬ ਚੋਂ ਆ ਕੇ ਫੜ ਰਹੀ ਹੈ। ਤੁਸੀਂ ਉੱਥੋਂ ਲਿਆ ਕੇ ਕਿਹੜੀ ਸੈਟਲਮੈਂਟ ਚ ਭਜਾ ਰਹੇ ਹੋ ਲੋਕਾਂ ਨੂੰ, ਉਹ ਵੀ ਦੱਸ ਦਿਓ। ਠੀਕ ਹੈ, ਮੈਂ ਖੜਿਆਲ ਸਾਹਿਬ ਨਾਲ ਮਿਲ ਕੇ ਭਜਾ ਰਹੀ ਹਾਂ। ਠੀਕ ਹੈ, ਇਕੱਠੇ ਜਵਾਬ ਦਿਓ। ਮੈਂ ਖੜਿਆਲ ਸਾਹਿਬ ਦਾ ਰੁਖ ਕਰਦਾ। ਖੜਿਆਲ ਸਾਹਿਬ, ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ? ਅੰਕੜੇ ਬਹੁਤ ਕੁਝ ਬਿਆਨ ਕਰਦੇ ਨੇ, ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਅੰਕੜੇ ਝੂਠ ਨਹੀਂ ਬੋਲਦੇ ਵੀ ਕਿਹਾ ਜਾਂਦਾ ਹੈ। ਕੀ ਕਾਂਗਰਸ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਸਥਿਤੀ ਅਜਿਹੀ ਨਹੀਂ ਜਿੰਨੀ ਦਿਖਾਈ ਜਾ ਰਹੀ ਹੈ? 2021 ਦੇ ਅੰਕੜਿਆਂ ਦਾ ਜ਼ਿਕਰ ਹੈ, ਸਰਕਾਰ ਤੁਹਾਡੀ ਸੀ ਉਸ ਸਮੇਂ, 723 ਕਤਲ ਹੋਏ ਸੀ ਤੁਹਾਡੀ ਸਰਕਾਰ ਦੇ ਸਮੇਂ, ਉਹ ਪੂਰੇ ਕਾਰਜਕਾਲ ਦੇ 1 ਸਾਲ ਦੇ ਵਕਫੇ ਦੇ ਦੌਰਾਨ। ਤੁਹਾਨੂੰ ਲੱਗਦਾ ਹੈ ਕਿ ਮੌਜੂਦਾ ਸਥਿਤੀ ਔਰ ਉਸ ਵੇਲੇ ਦੀ ਸਥਿਤੀ ਨੂੰ ਕੰਪੇਅਰ ਕਰਨ ਦੀ ਜ਼ਰੂਰਤ ਹੈ? ਉਦੋਂ ਕਦੇ ਸਾਡੇ ਰਾਜ ਦੇ ਵਿੱਚ ਕਦੇ ਡੀਜੀਪੀ ਨੂੰ ਫੀਲਡ ਦੇ ਵਿੱਚ ਜਾਣ ਦੀ ਲੋੜ ਪਈ ਨਹੀਂ ਪਈ, ਕਦੇ ਸਰਚ ਐਂਡ ਕੋਆਰਡਨ ਆਪਰੇਸ਼ਨ ਕਰਨਾ ਪਿਆ ਨਹੀਂ ਪਿਆ। ਜਦੋਂ ਕੱਲ ਇਹ ਆਪਰੇਸ਼ਨ ਕੀਤਾ, ਡੀਜੀਪੀ ਸਾਹਿਬ ਆਪ ਫੀਲਡ ਚ ਉਤਰੇ, ਉੱਥੋਂ ਇੱਕ ਗੱਲ ਪਤਾ ਲੱਗ ਗਈ ਵੀ ਪੰਜਾਬ ਦਾ ਲਾਅ ਐਂਡ ਆਰਡਰ ਬ੍ਰੇਕਡਾਊਨ ਹੋ ਗਿਆ, ਚਰਮਰਾ ਗਿਆ। ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਹੋਮ ਮਿਨਿਸਟਰ ਸਾਹਿਬ ਜ਼ਿਆਦਾ ਕਹਿੰਦੇ ਨਹੀਂ, ਜ਼ਿਆਦਾ ਕਰਦੇ ਨਹੀਂ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ, ਜੇ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਕੁਝ ਕਰ ਰਹੇ ਹੈ, ਕੁਝ ਕਹਿ ਰਹੇ ਹੈ, ਮੈਂ ਉਹ ਆਫਿਸ ਦੀ ਰਿਸਪੈਕਟ ਕਰਦਾ ਕਿਉਂਕਿ ਹੋਮ ਮਿਨਿਸਟਰੀ ਹੈ, ਹੋਮ ਮਿਨਿਸਟਰੀ ਕੋਲੇ ਸਾਰਾ ਡੇਟਾ ਆਉਂਦਾ ਹੈ ਤੇ ਉਹਨਾਂ ਨੇ ਕੁਝ ਦੇਖ ਕੇ ਕੁਝ ਦੇ ਬੇਸਿਸ ਤੇ ਕਿਹਾ ਵੀ ਪੰਜਾਬ 'ਚ ਜਦੋਂ ਆਮ ਆਦਮੀ ਪਾਰਟੀ ਆਈ ਹੈ ਪੰਜਾਬ ਦਾ ਬੁਰਾ ਹਾਲ ਹੋ ਗਿਆ, ਪੰਜਾਬ ਦਾ ਲਾਅ ਐਂਡ ਆਰਡਰ ਇਜ਼ ਇਨ ਸ਼ੈਂਬਲਸ। ਦੂਜਾ ਗੌਰਵ ਜੀ, ਹੁਣ ਮੈਂ ਆ ਜਾ ਤੁਲਨਾ ਤੇ। ਦੇਖੋ, ਇਹ ਕਹਿੰਦੇ ਕੰਪੇਅਰ ਕਰੋ ਦੂਜੀਆਂ ਸਟੇਟਸ ਦੇ ਵਿੱਚ ਸਾਡੇ ਤੋਂ ਜ਼ਿਆਦਾ ਕ੍ਰਾਈਮ ਹੈ ਜੀ, ਇੱਥੇ ਲਾਅ ਐਂਡ ਆਰਡਰ ਇੰਸੀਡੈਂਟ ਹੈ। ਗੌਰਵ ਜੀ, ਜਦੋਂ ਤੁਲਨਾ ਕਰਨੀ ਹੋਵੇ, ਕੰਪੈਰੀਜ਼ਨ ਕਰਨਾ ਹੋਵੇ ਨਾ, ਚੰਗੇ ਨਾਲ ਕਰੀਦਾ ਹੁੰਦਾ, ਮਾੜੇ ਨਾਲ ਨਹੀਂ ਕਰੀਦਾ ਹੁੰਦਾ। ਵੀ ਉੱਥੇ ਤਾਂ 500 ਮਰਡਰ ਹੋ ਰਹੇ ਹੈ, ਇੱਥੇ 400 ਹੋ ਗਏ, ਅਸੀਂ ਤਾਂ ਬਹੁਤ ਵਧੀਆ ਜੀ। ਉੱਥੇ 1000 ਹੋ ਰਿਹਾ ਜੀ, ਇੱਥੇ 800 ਹੋ ਰਿਹਾ ਜੀ, ਅਸੀਂ ਤਾਂ ਬਹੁਤ ਵਧੀਆ ਜੀ। ਕੰਪੈਰੀਜ਼ਨ ਕਰਨਾ ਤਾਂ ਚੰਗੇ ਨਾਲ ਕਰੋ, ਮਾੜੇ ਨਾਲ ਨਾ ਕਰੋ। ਤੀਜਾ, ਐਨਸੀਆਰਬੀ ਦੇ ਡੇਟਾ ਤੇ ਹੁਣ ਮੈਂ ਆ ਰਿਹਾ। ਗੌਰਵ ਜੀ, ਐਨਸੀਆਰਬੀ ਦਾ ਡੇਟਾ ਕੀ ਹੈ? ਐਨਸੀਆਰਬੀ ਦਾ ਡੇਟਾ ਇਜ਼ ਬੇਸਿਕਲੀ ਜਿਹੜਾ ਐਫਆਈਆਰਸ ਹੁੰਦੀਆਂ, ਜਿਹੜੇ ਕੇਸਿਸ ਹੁੰਦੇ ਆ, ਉਹਨਾਂ ਤੇ ਬੇਸਡ ਹੁੰਦਾ ਹੈ। ਸੋ ਬੇਸਿਕਲੀ ਜਿੰਨੀਆਂ ਐਫਆਈਆਰਸ ਜ਼ਿਆਦਾ ਔਨ ਰਿਕਾਰਡ, ਜਿੰਨੇ ਕੇਸ ਹੈ ਉਹਨਾਂ ਹੀ ਰੈਂਕ ਉੱਤੇ, ਜਿੰਨੀਆਂ ਐਫਆਈਆਰਸ ਘੱਟ, ਜਿੰਨੇ ਕੇਸ ਘੱਟ ਦਰਜ ਹੋਏ ਉਹਨੇ ਰੈਂਕ ਥੱਲੇ। ਸੋ ਦੇਅਰਫੋਰ ਇਹ ਵੀ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ, ਜਿੱਥੇ ਪੁਲਿਸ ਕੇਸ ਹੀ ਬਹੁਤ ਘੱਟ ਦਰਜ ਕਰੂਗੀ ਉੱਥੇ ਆਟੋਮੈਟਿਕਲੀ ਐਨਸੀਆਰਬੀ ਦਾ ਡੇਟਾ ਤੁਹਾਨੂੰ ਬਹੁਤ ਥੱਲੇ ਦਿਖਾਊਗਾ ਤੇ ਰੈਂਕ ਤੁਹਾਡਾ ਥੱਲੇ ਹੋਊਗਾ, ਕ੍ਰਾਈਮ ਦੇ ਵਿੱਚ ਉੱਤੇ ਨਹੀਂ ਹੋਊਗਾ। ਸੋ ਇਹ ਚੀਜ਼ ਭੁੱਲੀਏ ਨਾ। ਤੀਜਾ, ਲਾਅ ਐਂਡ ਆਰਡਰ ਪੰਜਾਬ ਦਾ ਅਸੀਂ ਕਿਉਂ ਕਹਿੰਦੇ ਬ੍ਰੇਕਡਾਊਨ ਹੋ ਚੁੱਕਿਆ ਹੈ? ਕਿਉਂਕਿ ਗੌਰਵ ਜੀ, ਕੱਲ ਇਹਨਾਂ ਨੇ ਆਪ ਕਿਹਾ ਵੀ ਡੀਜੀਪੀ ਸਾਹਿਬ ਨੂੰ ਫੀਲਡ 'ਚ ਉਤਰਨਾ ਪਿਆ। ਉਹ ਆਪਰੇਸ਼ਨ ਪਿੱਛੇ ਇੱਕ ਪਰਪਸ ਸੀ, ਕਹਿੰਦੇ ਪਰਪਸ ਇਹ ਹੈ ਕਿ ਅਸੀਂ ਵੀ ਵਾਂਟ ਟੂ ਇਨਸਟਿਲ ਸਿਕਿਉਰਿਟੀ ਇਨ ਦ ਮਾਈਂਡਸ ਆਫ ਪੀਪਲ, ਵੀ ਅਸੀਂ ਤੁਹਾਨੂੰ ਮਹਿਸੂਸ ਕਰਾਉਣਾ ਚਾਹੁੰਦੇ ਹਾਂ। ਹੁਣ ਇਹ ਤਾਂ ਹੀ ਕਰਾਉਣਾ ਚਾਹ ਰਹੇ ਹੈ ਕਿਉਂਕਿ ਲੋਕ ਸੇਫ ਫੀਲ ਕਰ ਨਹੀਂ ਰਹੇ। ਇਹ ਤੋਂ ਵੱਡਾ ਸਬੂਤ ਕੀ ਹੋ ਸਕਦਾ ਗੌਰਵ ਜੀ? ਤੇ ਜੇ ਗਰਗ ਸਾਹਿਬ ਕਹਿੰਦੇ ਪੰਜਾਬ ਦਾ ਲਾਅ ਐਂਡ ਆਰਡਰ ਬਿਲਕੁਲ ਸਟੇਬਲ ਹੈ, ਵਿਦ ਡਿਊ ਰਿਸਪੈਕਟ, ਗਰਗ ਸਾਹਿਬ, ਜੇ ਲਾਅ ਐਂਡ ਆਰਡਰ ਸਟੇਬਲ ਹੁੰਦਾ ਨਾ ਤਾਂ ਤੁਹਾਨੂੰ ਆ ਗਨ ਕਲਚਰ ਤੇ ਜਿਹੜਾ ਬੈਨ ਕਰਨਾ ਪੈ ਰਿਹਾ ਹੈ, ਜਿਹੜਾ ਤੁਹਾਨੂੰ ਲਾਇਸੈਂਸਡ ਵੈਪਨਸ ਨੂੰ ਰਿਵਿਊ ਕਰਨਾ ਪੈ ਰਿਹਾ ਹੈ, ਹੇਟ ਸਪੀਚ ਤੇ ਪਰਚਾ ਦੇਣ ਦੀ ਗੱਲ ਕਰਨੀ ਪੈ ਰਹੀ ਹੈ, ਇਹਦੀ ਜ਼ਰੂਰਤ ਨਾ ਪੈਂਦੀ। ਤੇ ਜਿਹੜੇ ਇਨਸੀਡੈਂਟਸ ਹੋਏ ਆ ਪਿਛਲੇ ਹਫ਼ਤੇ ਦੇ ਵਿੱਚ ਸਭ ਨੇ ਦੇਖਿਆ। ਸੋ ਗੌਰਵ ਜੀ, ਐਟ ਦੀ ਐਂਡ ਆਫ ਦ ਡੇ ਮੈਟਰ ਇਹ ਕਰਦਾ, ਹੁਣ ਮੈਂ ਸੋਲੂਸ਼ਨ ਦੱਸਣਾ ਕਿ ਦੇਖੋ ਪ੍ਰੋਵੀਜ਼ਨਸ ਤਾਂ ਪਹਿਲਾਂ ਵੀ ਬਹੁਤ ਹੈ, ਮਰਡਰ ਲਈ ਪ੍ਰੋਵੀਜ਼ਨ ਹੈ, ਕਰਪਸ਼ਨ ਲਈ ਪ੍ਰੋਵੀਜ਼ਨ ਹੈ, ਕਿਡਨੈਪਿੰਗ ਲਈ ਪ੍ਰੋਵੀਜ਼ਨ ਹੈ, ਲੇਕਿਨ ਫਿਰ ਵੀ ਹੁੰਦੀਆਂ ਇਹ ਚੀਜ਼ਾਂ। ਸੋ ਮਾਇਨੇ ਰੱਖਦਾ ਗਰਾਊਂਡ ਲੈਵਲ ਤੇ ਇੰਪਲੀਮੈਂਟੇਸ਼ਨ, ਸਿਰਫ ਕਾਨੂੰਨ ਬਣਾਉਣਾ ਨਹੀਂ। ਤੇ ਜਿਹੜਾ ਕਾਨੂੰਨ ਬਣਾਇਆ ਹੇਟ ਸਪੀਚ ਦੇ ਆਪਣਾ ਇਹਨਾਂ ਨੇ ਕਾਨੂੰਨ ਬਣਾਤਾ, ਕਹਿੰਦੇ ਪਰਚਾ ਦਵਾਂਗੇ ਕੋਈ ਹੇਟ ਸਪੀਚ ਦਊਗਾ, ਲੇਕਿਨ ਹੇਟ ਸਪੀਚ ਹੁੰਦੀ ਕੀ ਹੈ ਇਹ ਡਿਫਾਈਨ ਨਹੀਂ ਕੀਤਾ। ਇਥੋਂ ਪਤਾ ਲੱਗ ਜਾਂਦਾ ਵੀ ਮਨਸ਼ਾ ਹੈ ਨਹੀਂ ਇੰਪਲੀਮੈਂਟੇਸ਼ਨ ਦੀ। ਦੂਜਾ, ਲਾਇਸੈਂਸਡ ਵੈਪਨਸ ਨਾਲ ਗੌਰਵ ਜੀ ਕਿੰਨੇ ਮਰਡਰਸ ਹੁੰਦੇ ਆ? ਮੈਂ ਆਪ ਇੱਕ ਕ੍ਰਿਮੀਨਲ ਲਾਇਰ ਹਾਂ, ਜ਼ਿਆਦਾਤਰ ਕੇਸਿਸ ਦੇ ਵਿੱਚ, ਇੱਥੇ ਕਲੇਰ ਸਾਹਿਬ ਵੀ ਲਾਇਰ ਨੇ, ਉਹ ਦੱਸ ਸਕਦੇ ਆ
ਕਿ ਜ਼ਿਆਦਾਤਰ ਕੇਸਿਸ ਦੇ ਵਿੱਚ ਨਜਾਇਜ਼ ਅਸਲਾ ਵਰਤਿਆ ਜਾਂਦਾ, ਲਾਇਸੈਂਸ ਵੈਪਨ ਨਹੀਂ ਵਰਤਿਆ ਜਾਂਦਾ, ਕਿਉਂਕਿ ਬੰਦੇ ਨੂੰ ਟਰੈਕ ਕਰਨਾ ਫੜਨਾ ਬੜਾ ਸੌਖਾ ਹੋ ਜਾਂਦਾ ਹੈ। ਠੀਕ ਹੈ, ਤੇ ਲਾਸਟ ਚੀਜ਼ ਕਲੇਰ ਸਾਹਿਬ ਮਾਫੀ ਚਾਹੂੰਗਾ, ਖੜਿਆਲ ਸਾਹਿਬ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਉਹਦੇ ਉੱਪਰ ਆਬਜੈਕਸ਼ਨ ਕਿਉਂ ਹੈ? ਜੇ ਡੀਜੀਪੀ ਕੋਈ ਵੱਡਾ ਅਫਸਰ ਗਰਾਊਂਡ ਦੇ ਉੱਤੇ ਉਤਰਿਆ ਤਾਂ ਉਹ ਤਾਂ ਪਿੱਠ ਥਾਪੜ ਨਹੀਂ ਚਾਹੀਦੀ ਹੈ, ਤੁਸੀਂ ਉਸ ਤੇ ਸਵਾਲ ਚੁੱਕ ਰਹੇ ਹੋ ਕਿ ਡੀਜੀਪੀ ਨੂੰ ਜਾਣਾ ਪੈ ਗਿਆ, ਇਹ ਹਾਲਾਤ ਅਜਿਹੇ। ਮੈਂ ਦੱਸਦਾ, ਪਹਿਲਾਂ ਤਾਂ ਮੈਂ ਇਹਨੂੰ ਕੰਡੈਮ ਨਹੀਂ ਕੀਤਾ, ਮੇਰਾ ਬਿਆਨ ਬਹੁਤ ਸਪੈਸੀਫਿਕ ਹੈ। ਮੈਂ ਕਿਹਾ ਉਹਨਾਂ ਨੂੰ ਜਾਣ ਦੀ ਲੋੜ ਕਿਉਂ ਪਈ ਇਨ ਦਾ ਫਰਸਟ ਪਲੇਸ? ਉਹ ਤਾਂ ਪਈ ਕਿਉਂਕਿ ਇੰਨਾ ਕੁ ਹਾਲ ਮਾੜਾ ਹੋ ਗਿਆ ਪੰਜਾਬ ਦੇ ਲਾਅ ਐਂਡ ਆਰਡਰ ਦਾ। ਤੇ ਦੂਜਾ, ਜਿਹੜੇ ਹਿਸਾਬ ਨਾਲ ਆਮ ਆਦਮੀ ਪਾਰਟੀ ਦੇ ਲੀਡਰਸ ਨੇ ਕੱਲ ਉਹਨੂੰ ਇੱਕ ਇਵੈਂਟ ਮੈਨੇਜਮੈਂਟ ਦੇ ਤੌਰ ਤੇ, PR ਐਕਸਰਸਾਈਜ਼ ਦੇ ਤੌਰ ਤੇ ਦਿਖਾਇਆ, ਉਹ ਮੈਨੂੰ ਲੱਗਦਾ ਨਹੀਂ ਕਰਨਾ ਚਾਹੀਦਾ ਸੀਗਾ। ਤੇ ਲਾਸਟ ਚੀਜ਼ ਗੌਰਵ ਜੀ, ਪ੍ਰੋਵੀਜ਼ਨਸ ਪਤਾ ਕੀ ਲਾਸਟ ਹੈ, ਪ੍ਰੋਵੀਜ਼ਨਸ ਜਾਂ ਤਾਂ 에ਅਰ ਟਾਈਟ ਹੋਣ। ਹੁਣੇ ਕਹਿੰਦੇ ਹੈ ਵੀ ਆਪਣਾ ਜਿਹੜਾ ਲਾਇਸੈਂਸ ਵੈਪਨ ਉਹਨੂੰ ਰਿਵਿਊ ਕਰਾਂਗੇ। ਕ੍ਰਿਮੀਨਲ ਬੰਦੇ ਦਾ ਲਾਇਸੈਂਸ ਬਣ ਹੀ ਨਹੀਂ ਸਕਦਾ ਅਸਲੇ ਦਾ, ਪਹਿਲੀ ਗੱਲ। ਤੇ ਜੇ ਬੰਦੇ ਦਾ ਵੈਪਨ ਲਾਇਸੈਂਸ ਹੈਗਾ ਅਸਲੇ ਦਾ, ਉਹ ਕ੍ਰਾਈਮ ਕਰ ਦੂਗਾ ਤਾਂ ਰਿਨਿਊ ਨਹੀਂ ਹੋ ਸਕਦਾ। ਸੋ ਇਹਦਾ ਪੁਆਇੰਟ ਕੀ ਹੈ? ਫਿਰ ਇਹ ਕਹਿੰਦੇ ਆ ਵੀ ਗਾਣੇ 'ਚ ਕੋਈ ਫਾਇਰ ਆਰਮ ਡਿਸਪਲੇ ਕਰੂ, ਅਸਲਾ ਡਿਸਪਲੇ ਕਰੂਗਾ, ਉਹ ਤੇ ਅਸੀਂ ਕੇਸ ਕਰਾਂਗੇ, ਉਹਨੂੰ ਬੈਨ ਕਰਾਂਗੇ। ਪਹਿਲਾਂ ਇਹ ਤਾਂ ਦੱਸ ਦੇਣ ਫਿਲਮਾਂ ਬਾਰੇ ਕੀ, ਐਕਸ਼ਨ ਮੂਵੀਜ਼ ਬਾਰੇ ਕੀ, ਨੈਟਫਲਿਕਸ ਬਾਰੇ ਕੀ, ਐਮਾਜ਼ਨ ਬਾਰੇ ਕੀ। ਤੇ ਦਿੱਲੀ ਦੇ ਵਿੱਚ ਜਿਹੜੇ ਬੰਦੇ ਨੇ 34 ਪੀਸ ਖਿਲਾਰੇ ਨਾ ਦਿੱਲੀ ਦੇ ਵਿੱਚ ਆਪਦੇ ਲਿਵ ਇਨ ਪਾਰਟਨਰ ਦੇ, ਆਪਦੀ ਗਰਲਫ੍ਰੈਂਡ ਦੇ, ਉਹਦੀ ਰਿਪੋਰਟ ਆਈ ਹੈ ਵੀ ਉਹਨੇ ਡੈਕਸਟਰ ਟੀਵੀ ਸ਼ੋਅ ਦੇਖ ਕੇ ਉੱਥੋਂ ਇਨਸਪੀਰੇਸ਼ਨ ਲਈ ਹੈ। ਸੋ ਕੀ ਆਵਾਂਗੇ ਖੜਿਆਲ ਸਾਹਿਬ, ਤੁਸੀਂ ਵੀ ਸਹਿਮਤ ਹੋਵੋਗੇ ਕਿ ਉਹ ਤਾਂ ਪੂਰਾ ਵਰਲਡ ਵਾਈਡ ਇੱਕ ਵੱਡਾ ਚੈਲੰਜ ਹੈ। ਨੈਟਫਲਿਕਸ ਸਿਰਫ ਇੰਡੀਆ 'ਚ ਨਹੀਂ, ਆਲ ਓਵਰ ਦਾ ਵਰਲਡ ਦੇਖੀ ਜਾ ਰਹੀ ਹੈ, ਜਾਂ ਫਿਰ ਬਾਕੀਆਂ ਜਿਹੜੀਆਂ ਵੈਬ ਸੀਰੀਜ਼ ਨੇ ਉਹ ਇੱਕ ਚੈਲੰਜ ਹੈ। ਗਰਗ ਸਾਹਿਬ, ਮੈਂ ਸਰੀਨ ਸਾਹਿਬ ਤੁਹਾਡੇ ਕੋਲ ਆਵਾਂਗਾ। ਗਾਣਿਆਂ ਦੀ ਗੱਲ ਕਿਉਂ ਕਰ ਰਹੀ ਹੈ? ਜਾਂ ਤਾਂ ਉਹਦੀ ਗੱਲ ਕਰੇ ਸਿਰਫ ਗਾਣੇ ਨਾਲ ਨਹੀਂ ਨਾ ਇੰਸਪਾਇਰ। ਹਾਂ ਠੀਕ ਹੈ, ਤੁਹਾਡਾ ਇਹ ਗੱਲ ਹੈ ਕਿ ਤੁਸੀਂ ਸਿਰਫ ਗਾਣਿਆਂ ਤੱਕ ਸੀਮਿਤ ਕਿਉਂ? ਉਹ ਤੁਹਾਡਾ ਪੁਆਇੰਟ ਵੈਲਿਡ ਹੈ ਕਿ ਬਾਕੀ ਪੈਰਲਲ ਜਿਹੜੀਆਂ ਚੀਜ਼ਾਂ ਹੋ ਰਹੀਆਂ ਉਹਨਾਂ ਦੇ ਉੱਪਰ ਧਿਆਨ ਕਿਉਂ? ਠੀਕ ਹੈ, ਦਾਰੂ ਬਹੁਤ ਵੱਡਾ ਰੀਜ਼ਨ ਹੈ। ਗਰਗ ਸਾਹਿਬ ਜੀ, ਦੇਖੋ ਖੜਿਆਲ ਸਾਹਿਬ ਨੇ ਜਿਹੜਾ ਮੁੱਦਾ ਉਠਾਇਆ, ਮੈਂ ਉਸ ਦਾ ਜਵਾਬ ਦੇਣਾ ਚਾਹੁੰਦਾ ਵਾਂ। ਖੜਿਆਲ ਸਾਹਿਬ ਜਿਹੜੇ ਚਾਹੇ ਮੁੱਖ ਮੰਤਰੀ ਹੋਵੇ, ਸਰਕਾਰ ਹੋਵੇ, ਅਫਸਰਸ਼ਾਹੀ ਹੋਵੇ, ਇਹ ਸਾਰੇ ਲੋਕਾਂ ਦੇ ਸਰਵੈਂਟ ਹੁੰਦੇ ਹੈਗੇ ਆ। ਤੁਹਾਡੀ ਸਰਕਾਰ ਤੇ ਸਾਡੀ ਸਰਕਾਰ 'ਚ ਬਹੁਤਾ ਬੜਾ ਵੱਡਾ ਫਰਕ ਆ। ਤੁਹਾਡੀ ਸਰਕਾਰ ਵੇਲੇ ਤਾਂ ਮੁੱਖ ਮੰਤਰੀ ਕਦੇ ਸਿਸਮਾ ਫਾਰਮ ਤੋਂ ਬਾਹਰ ਵੀ ਨਹੀਂ ਨਿਕਲਿਆ ਜੀ। ਸਾਡਾ ਮੁੱਖ ਮੰਤਰੀ ਤੇ ਲੋਕਾਂ 'ਚ ਹੀ ਰਹਿੰਦਾ। ਔਰ ਮੈਨੂੰ ਲੱਗਦਾ ਕਿ ਡੀਜੀਪੀ ਸਾਹਿਬ ਨੇ ਜਿਸ ਤਰੀਕੇ ਨਾਲ ਤੁਸੀਂ ਵੀ ਤਾਰੀਫ ਕੀਤੀ, ਔਰ ਤਾਰੀਫ ਕਰਨੀ ਵੀ ਬਣਦੀ ਹੈ, ਸਾਰਾ ਪੰਜਾਬ ਤਾਰੀਫ ਕਰ ਰਿਹਾ ਹੈਗਾ ਕਿ ਡੀਜੀਪੀ ਨੇ ਖੁਦ ਕਮਾਂਡ ਸੰਭਾਲੀ ਔਰ ਗੈਂਗਸਟਰਾਂ ਦੇ ਉੱਤੇ ਸਕੰਜਾ ਕੱਸਣ ਵਾਸਤੇ, ਡਰੱਗਸ ਦੇ ਉੱਤੇ ਸਕੰਜਾ ਕੱਸਣ ਵਾਸਤੇ, ਹਥਿਆਰਾਂ ਦੇ ਉੱਤੇ ਸਕੰਜਾ ਕੱਸਣ ਵਾਸਤੇ, ਮੈਨੂੰ ਲੱਗਦਾ ਇਹ ਕਾਬਲੇ ਤਾਰੀਫ। ਇੱਕ ਦੂਜਾ ਮਤਲਬ ਇਹ ਵੀ ਨਿਕਲਦਾ ਕਿ ਡੀਜੀਪੀ ਨੂੰ ਲੱਗ ਰਿਹਾ ਹੈ ਕਿ ਮੇਰੇ ਜਿਹੜੇ ਬਾਕੀ ਆਫੀਸਰਸ ਦੇ ਮੇਰੇ ਅੰਡਰ ਉਹ ਸ਼ਾਇਦ ਕੰਮ ਨਹੀਂ ਕਰ ਰਹੇ, ਇਸ ਕਰਕੇ ਮੈਨੂੰ ਖੁਦ ਨੂੰ ਜਾਣਾ ਪਏਗਾ। ਨਹੀਂ ਸਰ, ਇਸ ਤਰ੍ਹਾਂ ਨਹੀਂ। ਇਸ ਦਾ ਇੱਕ ਮਤਲਬ ਇਹ ਵੀ ਕੱਢਿਆ ਜਾ ਸਕਦਾ, ਕਿਸੇ ਵੀ ਸੰਸਥਾ ਦਾ ਮੁਖੀ ਫੀਲਡ ਦੇ ਵਿੱਚ ਉਤਰਦਾ ਹੁੰਦਾ ਹੈ, ਇੱਕ ਤੇ ਉਹਦੇ ਨਾਲ ਲੋਕਾਂ ਦੇ ਵਿੱਚ ਜਾਨੀ ਕਿ ਵਧੀਆ ਮੈਸੇਜ ਜਾਂਦਾ ਹੈਗਾ, ਲੋਕਾਂ 'ਚ ਕੌਨਫੀਡੈਂਸ ਹੁੰਦਾ। ਦੂਸਰੇ ਬੰਨੇ ਜਿਹੜੀ ਉਹ ਫੋਰਸ ਹੈਗੀ ਹੈ, ਜਦੋਂ ਉਸ ਦਾ ਮੁਖੀ ਜਿਹੜਾ ਫੋਰਫਰੰਟ ਤੇ ਆ ਕੇ ਲੜਦਾ ਹੈਗਾ, ਤਾਂ ਉਸ ਜਿਹੜੀ ਫੋਰਸ ਦਾ ਜਿਹੜਾ ਮੋਰਲ ਜਿਹੜਾ ਹੈਗਾ ਉਹ ਵੀ ਦੂਨ ਸਵਾਇਆ ਹੋ ਜਾਂਦਾ। ਦੂਸਰੀ ਗੱਲ, ਮੈਂ ਇੱਕ ਨਜ਼ਰ ਹੈ ਉਹ ਤੁਸੀਂ ਕਿਸ ਐਂਗਲ ਦੇ ਨਾਲ ਉਸ ਚੀਜ਼ ਨੂੰ ਮੈਂ ਇੱਕ ਚੀਜ਼ ਜਿਹੜੀ ਕਹਿਣੀ ਚਾਹੁੰਦਾ ਹੈਗਾ, ਕੱਲ ਮੈਂ ਆ ਰਿਹਾ ਸਰੀਨ ਸਾਹਿਬ ਤੁਹਾਡੇ ਕੋਲ ਵੀ ਕਲੀਅਰ ਜੀ, ਤੁਹਾਡੇ ਕੱਲ ਜਿਹੜੀ ਮਤਲਬ ਜਿਹੜਾ ਹੋਇਆ, ਜਿਸ ਤਰੀਕੇ ਨਾਲ ਸਰਚ ਅਭਿਆਨ ਚਲਾਇਆ ਗਿਆ, ਇਹਦੇ ਨਾਲ ਨਾ ਕੇਵਲ ਲੋਕਾਂ ਦੇ ਵਿੱਚ ਭਰੋਸਾ ਹੋਰ ਵਧਿਆ ਹੈਗਾ, ਬਲਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਹੈ ਉਹਨਾਂ 'ਚ ਵੀ ਡਰ ਪੈਦਾ ਹੁੰਦਾ। ਪਰ ਇੱਕ ਗੱਲ ਹੋਰ ਕਹਿ ਕੇ ਜਾਣੀ ਚਾਹੁੰਦਾ ਵਾਂ, ਇਹ ਜਿਹੜੇ ਗੈਂਗਸਟਰ ਨੇ, ਜਿਨ੍ਹਾਂ ਤੁਸੀਂ ਗੈਂਗਸਟਰਾਂ ਦੀ ਗੱਲ ਕਰ ਰਹੇ ਹੋ, ਕੋਈ 7.5 ਮਹੀਨਿਆਂ 'ਚ ਪੈਦਾ ਨਹੀਂ ਹੋਏ। ਇਹ ਪਿਛਲੇ 15-20 ਸਾਲਾਂ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਨੇ ਦੀ ਪੁਸ਼ਤ ਪਨਾਹੀ ਕੀਤੀ ਹੈ, ਤਾਂ ਇੱਥੇ ਜਾ ਕੇ ਆਇਆ। ਲੇਕਿਨ ਤੁਸੀਂ ਜੜਾਂ ਇਹਨਾਂ ਦੀਆਂ ਇੰਨੀਆਂ ਡੂੰਘੀਆਂ ਕਰਕੇ ਗਏ ਹੋ, ਪੁਸ਼ਤ ਪਨਾਹੀ ਇੰਨੀ ਕੁ ਕਰਕੇ ਗਏ ਹੋ, ਤੇ ਉਹ ਜੜਾਂ ਗੈਂਗਸਟਰਾਂ ਦੀਆਂ ਜੜਾਂ ਬਿਲਕੁਲ ਵੱਢਾਂਗੇ। ਵੱਢ ਦੋ ਜੜਾਂ ਤੋਂ ਵੱਢ ਦੋ, ਇਹਨਾਂ ਨੂੰ ਪੰਜਾਬ ਦਾ ਅੱਜ ਕਹਿ ਰਿਹਾ ਹੈ। ਇਹੀ ਕਾਰਨ ਹੈਗਾ, ਇਹੀ ਕਾਰਨ ਸਰੀਨ ਸਾਹਿਬ, ਇਹੀ ਕਾਰਨ ਹੈਗਾ। ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ, ਜਿੱਥੇ ਇਹ ਅੰਕੜੇ ਪੇਸ਼ ਕਰ ਰਹੇ ਕਿ 400 ਗੈਂਗਸਟਰ ਫੜੇ ਗਏ ਆ, ਦੂਜੇ ਬੰਨੇ ਜੇ ਡੀਜੀਪੀ ਖੁਦ ਫੀਲਡ ਦੇ ਵਿੱਚ ਜਾ ਰਿਹਾ, ਇਹਦਾ ਮਤਲਬ ਕੀ ਹੈ? ਕੋਈ ਕਿੰਤੂ ਪਰੰਤੂ ਕਿਸੇ ਨੂੰ ਨਹੀਂ ਹੈ, ਪਰ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਇਸ ਦਾ ਅਸਰ ਕਿਵੇਂ ਨਜ਼ਰ ਆਏਗਾ। ਕਿ ਡੀਜੀਪੀ ਜਾ ਰਹੇ ਹੋ ਤਾਂ ਤੁਹਾਡੀ ਨਜ਼ਰ ਇਹ ਹੋ ਸਕਦੀ ਹੈ ਕਿ ਡੀਜੀਪੀ ਸਾਹਿਬ ਜਾ ਰਹੇ ਹਨ, ਬਹੁਤ ਵਧੀਆ ਗੱਲ ਹੈ, ਪਰ ਕਿਸੇ ਹੋਰ ਦੀ ਨਜ਼ਰ ਹੋ ਸਕਦੀ ਹੈ ਕਿ ਸ਼ਾਇਦ ਉਹਨਾਂ ਦੇ ਆਫੀਸਰਸ ਉਹਨਾਂ ਦੀ ਗੱਲ ਸੁਣ ਨਹੀਂ ਰਹੇ, ਇਸ ਕਰਕੇ ਡੀਜੀਪੀ ਨੂੰ ਜਾਣਾ ਪੈ ਰਿਹਾ ਹੈ। ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਮੈਂ ਸਰੀਨ ਸਾਹਿਬ ਦਾ ਰੁਖ ਕਰਦਾ। ਸਰੀਨ ਸਾਹਿਬ, ਦੇਖੋ ਹਰਿਆਣਾ ਦੇ ਵਾਲੇ ਪਾਸੇ ਜਾ ਕੇ ਬੀਜੇਪੀ ਕਿਉਂ ਨਹੀਂ ਬੋਲਦੀ ਕਿ ਜੇ ਪੰਜਾਬ ਦੇ ਵਿੱਚ ਘਟਨਾਵਾਂ ਹੋ ਰਹੀਆਂ ਨੇ ਤਾਂ ਬੀਜੇਪੀ ਨੂੰ ਹਮੇਸ਼ਾ ਕਿਉਂ ਦਿਖਦਾ ਹੈ? ਗੌਰਵ ਜੀ, ਮੈਂ ਜਿਵੇਂ ਪਹਿਲਾਂ ਦੱਸਿਆ ਕਿ ਤੁਹਾਨੂੰ ਘਟਨਾਵਾਂ ਗਣਾਈਆਂ, ਚਾਹੇ ਉਹ ਸੰਦੀਪ ਤੋਂ ਲੱਗ ਕੇ ਮੂਸੇਵਾਲਾ, ਫਿਰ ਉਹਦੇ ਬਾਅਦ ਜਿਹੜਾ ਸੂਰੀ ਔਰ ਪ੍ਰਦੀਪ, ਉਹ ਘਟਨਾਵਾਂ ਆ ਗਈਆਂ। ਮੇਰਾ ਸਵਾਲ ਇਹ ਕਿ ਤੁਲਨਾ ਤੁਹਾਨੂੰ ਜਾਇਜ਼ ਲੱਗਦੀ ਹੈ? ਤੁਹਾਨੂੰ ਲੱਗਦਾ ਕਿ ਤੁਲਨਾ ਹੋਣੀ ਚਾਹੀਦੀ ਹੈ? ਜੇ ਤੁਹਾਨੂੰ ਲੱਗਦਾ ਕਿ ਤੁਲਨਾ ਨਹੀਂ ਹੋਣੀ ਚਾਹੀਦੀ ਤਾਂ ਫਿਰ ਬਾਕੀ ਸਾਰੀਆਂ ਸਟੇਟਾਂ ਦਾ ਘੱਟੋ ਘੱਟ ਜ਼ਿਕਰ ਤਾਂ ਹੋਵੇ। ਨਹੀਂ ਗੌਰਵ ਜੀ, ਗੱਲ ਕੀ ਹੈ, ਜਦੋਂ ਪ੍ਰਦੇਸ਼ ਦਾ ਮੁੱਖ ਮੰਤਰੀ ਇਹ ਕਵੇ ਕਿ ਇੰਨੀਆਂ ਘਟਨਾਵਾਂ ਨੂੰ ਕਵੇ, ਛੋਟੀਆਂ ਮੋਟੀਆਂ ਜੇ ਘਟਨਾਵਾਂ ਘਟ ਗਈਆਂ ਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਆ ਸ਼ੋਭਾ ਦਿੰਦਾ ਇੱਕ ਮੁੱਖ ਮੰਤਰੀ ਨੂੰ ਇਹ ਕਹਿਣਾ? ਅੱਜ ਆਪਾਂ ਸਾਰੇ ਦੇਖੋ, ਤੁਸੀਂ ਆਪਣੇ ਚੈਨਲ ਦੇ ਉੱਤੇ ਕਿੰਨੀਆਂ ਡਿਬੇਟਸ ਕਰ ਰਹੀਆਂ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ,
ਜੇ ਸਥਿਤੀ ਇੰਨੀ ਚੰਗੀ ਹੈ ਤੇ ਫਿਰ ਤੁਹਾਡੇ ਚੈਨਲ ਨੇ ਡਿਬੇਟਸ ਕਿਉਂ ਕੀਤੀਆਂ? ਆਫਟਰ ਆਲ ਗਰਾਊਂਡ ਤੇ ਕਿਤੇ ਨਾ ਕਿਤੇ ਤੇ ਅਸਰ ਹੈ ਨਾ, ਕੋਈ ਨਾ ਕੋਈ ਪ੍ਰੋਬਲਮਸ ਤੇ ਹੈਗੀ ਆ ਨਾ, ਜਿਹਦੇ ਕਰਕੇ ਆਪਾਂ ਤੁਹਾਡੇ ਚੈਨਲ ਨੇ ਡਿਬੇਟਸ ਰੱਖੀਆਂ ਇਸ ਇਸ਼ੂ ਦੇ ਉੱਤੇ ਕਿ ਲਾਅ ਐਂਡ ਆਰਡਰ ਦੀ ਸਥਿਤੀ ਦੇ ਡਿਬੇਟਸ ਰੱਖੀਆਂ। ਜੇ ਕੋਈ ਪ੍ਰੋਬਲਮ ਸੀਗੀ ਤੇ ਰੱਖੀਆਂ ਨਾ। ਮੈਂ ਉਹੀ ਗੱਲ ਕਰ ਰਿਹਾ। ਇਹ ਕਹਿੰਦੇ ਜੀ ਡੀਜੀਪੀ, ਮੈਂ ਦੇਖੋ ਸਾਡੀ ਪੰਜਾਬ ਪੁਲਿਸ ਦੀ ਫੋਰਸ ਦੇ ਉੱਤੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ, ਲੇਕਿਨ ਇੱਕ ਚੀਜ਼ ਸਾਨੂੰ ਨਹੀਂ ਭੁੱਲਣੀ ਚਾਹੀਦੀ ਕਿ ਕੋਈ ਵੀ ਚਾਹੇ ਪੁਲਿਸ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਹੋਵੇ, ਜਿਹੜੇ ਪੋਲੀਟੀਕਲ ਮਾਸਟਰਸ ਹੁੰਦੇ ਨੇ, ਯਾਨੀ ਕਿ ਜਿਹਦੀ ਸਰਕਾਰ ਹੁੰਦੀ ਹੈ, ਉਹਦੀ ਵਿਲ ਦੇ ਮੁਤਾਬਿਕ ਚੱਲਦੀ ਹੈ, ਉਹਦੀ ਡਾਇਰੈਕਸ਼ਨ ਦੇ ਮੁਤਾਬਿਕ ਚੱਲਦੀ ਹੈ, ਉਹਦੀ ਨੀਤੀ ਦੇ ਮੁਤਾਬਿਕ ਚੱਲਦੀ ਹੈ, ਉਹਦੀ ਨੀਅਤ ਦੇ ਮੁਤਾਬਿਕ ਚੱਲਦੀ ਹੈ। ਆਮ ਆਦਮੀ ਪਾਰਟੀ ਕੋਲ ਨਾ ਨੀਅਤ ਹੈ, ਨਾ ਨੀਤੀ ਹੈ, ਨਾ ਡਾਇਰੈਕਸ਼ਨ ਹੈ, ਨਾ ਡਾਇਰੈਕਸ਼ਨ ਦੇਣੀ ਜਾਣਦੇ ਨੇ। ਬੜਾ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਸ ਦੇ 92 ਚੋਂ 52 ਵਿਧਾਇਕ ਖੁਦ ਕ੍ਰਿਮੀਨਲ ਰਿਕਾਰਡ ਦੇ ਹੋਣ, ਉਹ ਕ੍ਰਾਈਮ ਤੇ ਕਿਵੇਂ ਕੰਟਰੋਲ ਕਰੇਗੀ? ਇੱਕ ਵੱਡਾ ਪ੍ਰਸ਼ਨ ਚਿੰਨ੍ਹ ਇਹਨਾਂ ਦੀ ਪਾਰਟੀ ਦੇ ਉੱਤੇ ਲੱਗਦਾ ਹੈਗਾ। ਹੁਣ ਮੇਰੀ ਦੂਸਰੀ ਗੱਲ, ਇਹ ਕਹਿੰਦੇ ਨੇ ਜੀ ਕਿ ਕੱਲ ਡੀਜੀਪੀ ਸਾਹਿਬ ਉਤਰੇ, ਠੀਕ ਹੈ, ਜੇ ਕਮਾਂਡਰ ਫਰੰਟ ਤੋਂ ਲੀਡ ਕਰੇ ਕੋਈ ਮਾੜੀ ਗੱਲ ਨਹੀਂ ਹੁੰਦੀ, ਲੇਕਿਨ ਇਹ ਸਥਿਤੀ ਕਿਉਂ ਉਤਪੰਨ ਹੋਈ ਹੈ? ਇੱਕ ਪਾਸੇ ਕਹਿੰਦੇ ਕਿ ਪੰਜਾਬ ਦੀ ਸਥਿਤੀ ਬਹੁਤ ਅੱਛੀ ਹੈ, ਜੇ ਬਹੁਤ ਅੱਛੀ ਹੈ ਤੇ ਡੀਜੀਪੀ ਗਰਾਊਂਡ ਤੇ ਕਿਉਂ ਆਇਆ? ਜੇ ਪੰਜਾਬ ਦੀ ਸਥਿਤੀ ਇੰਨੀ ਅੱਛੀ ਹੈ ਤੇ ਕਿਉਂ ਇਹ ਹਰ ਮਹੀਨੇ ਐਸਐਸਪੀ ਔਰ ਕਮਿਸ਼ਨਰ ਬਦਲਦੇ ਪਏ ਨੇ? ਸਵਾਲ ਤੇ ਹੀ ਪੈਦਾ ਹੁੰਦਾ ਨਾ। ਜੇ ਪੰਜਾਬ ਇੰਨਾ ਸ਼ਾਂਤਮਈ ਹੈ, ਕਿਸੇ ਤਰ੍ਹਾਂ ਦਾ ਕੋਈ ਇਸ਼ੂ ਨਹੀਂਗਾ, ਤੇ ਹਰ 4 ਮਹੀਨੇ ਬਾਅਦ ਤੁਸੀਂ ਜਿਹੜੇ ਹੈਗੇ ਐਸਐਸਪੀ ਔਰ ਕਮਿਸ਼ਨਰ ਬਦਲ ਰਹੇ ਹੋ, ਠੀਕ ਹੈ, ਹਰ ਏਡੀਜੀਪੀ ਰੈਂਕ ਦੇ ਸਾਰੀਆਂ ਬਦਲੀਆਂ ਤੁਸੀਂ ਹਰ 15 ਦਿਨ ਮਹੀਨੇ ਬਾਅਦ ਤੁਸੀਂ ਦੇਖੋਗੇ ਕੋਈ ਨਾ ਕੋਈ ਨਵੀਂ ਲਿਸਟ ਆਈ ਹੋਏਗੀ। ਇਹਦਾ ਮਤਲਬ ਕਿਤੇ ਨਾ ਕਿਤੇ ਤੇ ਮਾਮਲਾ ਗੜਬੜ ਹੈ ਨਾ। ਜੇ ਸਾਰਾ ਲੱਗਦਾ ਕਿ ਬਦਲੀਆਂ ਉਸ ਵਾਲੇ ਪਾਸੇ ਹੀ ਇਸ਼ਾਰਾ ਹੈ। ਇੱਕ ਮਿੰਟ ਸੁਣੋ ਮੇਰੀ ਗੱਲ। ਦੂਜੀ ਚੀਜ਼, ਇਹ ਕਹਿੰਦੇ ਨੇ ਜੀ ਅਸੀਂ ਕੌਨਫੀਡੈਂਸ ਲਿਆਉਣ ਵਾਸਤੇ ਕੱਲ ਜਿਹੜੇ ਇੰਨਾ ਕੁਝ ਕੀਤਾ, ਤੁਸੀਂ ਮੈਨੂੰ ਦੱਸੋ ਇਸ ਤਰੀਕੇ ਨਾਲ ਕੌਨਫੀਡੈਂਸ ਆਏਗਾ ਕਿ ਜਿੱਥੇ ਤੁਸੀਂ ਰਾਉਂਡ ਅਪ ਕਰਕੇ ਮਹੱਲੇ ਦਾ ਡੋਰ ਟੂ ਡੋਰ ਕਰਨਾ ਹੈ, ਉੱਥੇ ਪਹਿਲਾਂ ਉਸ ਮਹੱਲੇ ਵਾਲਿਆਂ ਨੂੰ ਦੱਸ ਦਿਓ ਅਸੀਂ ਤੁਹਾਡੇ ਆ ਕੇ ਰਾਉਂਡ ਆਊਟ ਕਰਨਾ ਚਾਹੀਏ, ਡੋਰ ਟੂ ਡੋਰ ਸਰਚ ਕਰਨੀ ਹੈ।